ਮੇਰੇ ਬਹੁਤ ਹੀ ਪਿਆਰੇ ਵਿਦਿਆਰਥੀ ਜੀਓ, ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਯਤਨਾਂ ਅਧੀਨ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਅੰਗਰੇਜ਼ੀ ਸਮਾਜਿਕ ਸਿੱਖਿਆ ਟੀਮ ਕਪੂਰਥਲਾ ਵੱਲੋਂ ਮੈਂ ਦੀਦਾਰ ਸਿੰਘ ਐਸਐਸ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਡਵਿੰਡੀ ਹਾਜ਼ਰ ਹੋਇਆ ਹਾਂ ਆਪਣੇ ਪਿਆਰੇ ਵਿਦਿਆਰਥੀਆਂ ਲਈ ਇੱਕ ਨਵਾਂ ਟੌਪਿਕ ਲੈ ਕੇ। ਅੱਜ ਅਸੀਂ ਚਰਚਾ ਕਰਾਂਗੇ ਜਮਾਤ 10ਵੀਂ ਦੇ ਭਾਗ ਇਤਿਹਾਸ ਵਿੱਚ ਦਰਜ ਪਾਠ ਨੰਬਰ 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਦੇ ਚੌਥੀ ਲੜੀ ਦੇ ਤਹਿਤ ਅੱਜ ਅਸੀਂ ਗੱਲ ਕਰਾਂਗੇ ਦੂਸਰੇ ਐਂਗਲੋ ਸਿੱਖ ਯੁੱਧ ਦੀਆਂ ਘਟਨਾਵਾਂ ਅਤੇ ਉਹਨਾਂ ਦੇ ਸਿੱਟੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰਨਾ। ਇਹ ਅੱਜ ਦੇ ਸਾਡੇ ਵਿਸ਼ੇਸ਼ ਹੋਣਗੇ। ਬੱਚਿਓ, ਇਸ ਤੋਂ ਪਹਿਲਾਂ ਕਿ ਅਸੀਂ ਆਪਣਾ ਵਿਚਾਰ ਸ਼ੁਰੂ ਕਰੀਏ, ਮੈਂ ਕੁਝ ਪ੍ਰਸ਼ਨ ਤੁਹਾਡੇ ਵਾਸਤੇ ਚੁਣੇ ਹਨ। ਉਹਨਾਂ ਨੂੰ ਪਹਿਲਾਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਬਹੁਤ ਧਿਆਨ ਦੇ ਨਾਲ ਸੁਣਨਾ ਹੈ, ਕਿਉਂਕਿ ਇਹਨਾਂ ਸਾਰੇ ਪ੍ਰਸ਼ਨਾਂ ਦੇ ਜਵਾਬ ਅਸੀਂ ਆਪਣੀ ਵਿਚਾਰ ਚਰਚਾ ਦੇ ਵਿੱਚ ਕਰਾਂਗੇ ਅਤੇ ਇਹਨਾਂ ਦੇ ਜਵਾਬ ਵੀ ਅਸੀਂ ਇਸ ਪਾਠ ਦੇ ਅਖੀਰ ਦੇ ਵਿੱਚ ਆਪ ਸਭ ਦੇ ਨਾਲ ਸਾਂਝੇ ਵੀ ਜ਼ਰੂਰ ਕਰਨੇ ਹਨ। ਇਸ ਲਈ ਤੁਸੀਂ ਇਸ ਵੀਡੀਓ ਨੂੰ ਅਖੀਰ ਤੱਕ ਦੇਖਣਾ ਹੈ, ਇਸ ਟੌਪਿਕ ਦੇ ਨਾਲ ਜੁੜੇ ਰਹਿਣਾ ਹੈ। ਸਾਡਾ ਪਹਿਲਾ ਸਵਾਲ ਹੈ, ਬ੍ਰਿਟਿਸ਼ ਸੈਨਾ ਨੇ ਕਿਸ ਦੀ ਅਗਵਾਈ ਹੇਠ ਚਨਾਬ ਦਰਿਆ ਪਾਰ ਕੀਤਾ ਸੀ? ਨੰਬਰ 2 ਤੇ ਚੇਲਿਆਂਵਾਲਾ ਦੀ ਲੜਾਈ ਕਦੋਂ ਹੋਈ ਸੀ? ਤੀਸਰਾ ਸਵਾਲ ਸਾਡਾ ਹੋਏਗਾ, ਅੰਗਰੇਜ਼ਾਂ ਨੇ 22 ਜਨਵਰੀ 1849 ਈਸਵੀ ਨੂੰ ਕਿਸ ਸਥਾਨ ਤੇ ਕਬਜ਼ਾ ਕੀਤਾ ਸੀ? ਸਾਡਾ ਇਸ ਦੇ ਵਿੱਚ ਚੌਥਾ ਸਵਾਲ ਸਾਂਝਾ ਕਰਾਂਗੇ, 21 ਫਰਵਰੀ 1849 ਈਸਵੀ ਨੂੰ ਅੰਗਰੇਜ਼ਾਂ ਅਤੇ ਸਿੱਖਾਂ ਦੀ ਕਿਸ ਸਥਾਨ ਤੇ ਲੜਾਈ ਹੋਈ ਸੀ? ਪੰਜਵਾਂ ਸਵਾਲ ਸਾਡਾ ਸੀ, ਮਹਾਰਾਜਾ ਦਲੀਪ ਸਿੰਘ ਦੀ ਕਿੰਨੀ ਪੈਨਸ਼ਨ ਸਾਲਾਨਾ ਮੁਕਰਰ ਕੀਤੀ ਗਈ ਸੀ? ਸਾਡਾ ਛੇਵਾਂ ਸਵਾਲ, 29 ਦਸੰਬਰ 1849 ਈਸਵੀ ਨੂੰ ਮਹਾਰਾਜਾ ਦਲੀਪ ਸਿੰਘ ਨੂੰ ਕੈਦ ਕਰਕੇ ਉਮਰ ਕੈਦ ਦੀ ਸਜ਼ਾ ਦੇ ਕੇ ਕਿੱਥੇ ਭੇਜਿਆ ਸੀ? 7 ਨੰਬਰ ਸਵਾਲ, ਲਾਰਡ ਡਲਹੌਜ਼ੀ ਤੋਂ ਪਹਿਲਾਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ? 8ਵਾਂ ਨੰਬਰ ਸਵਾਲ ਸਾਡਾ ਹੋਏਗਾ, ਮੁਲਤਾਨ ਦੇ ਕਿਸ ਸ਼ਾਸਕ ਨੇ ਨਾਜ਼ਮ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ? ਅਤੇ 9ਵਾਂ ਸਵਾਲ ਸਾਡਾ ਹੋਏਗਾ, ਅੰਗਰੇਜ਼ਾਂ ਦੇ ਕਿਸ ਵਿਦੇਸ਼ ਸਕੱਤਰ ਨੇ ਲਾਹੌਰ ਦਰਬਾਰ ਵਿੱਚ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰਨ ਦਾ ਐਲਾਨ ਪੜ੍ਹ ਕੇ ਸੁਣਾਇਆ ਸੀ? ਅਤੇ ਸਾਡਾ 10ਵਾਂ ਸਵਾਲ ਹੋਏਗਾ ਕਿ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਕਦੋਂ ਸ਼ਾਮਲ ਕੀਤਾ ਗਿਆ? ਇਹਨਾਂ ਸਾਰੇ ਸਵਾਲਾਂ ਦੇ ਜਵਾਬ ਅਸੀਂ ਅੱਜ ਦੇ ਵਿਚਾਰ ਵਿੱਚ ਸਾਂਝੇ ਕਰਾਂਗੇ ਔਰ ਤੁਸੀਂ ਇਸ ਵੀਡੀਓ ਦੇ ਅੰਤ ਤੱਕ ਇਸ ਟੌਪਿਕ ਦੇ ਨਾਲ ਜੁੜੇ ਰਹਿਣਾ ਹੈ। ਆਓ ਅੱਜ ਦਾ ਲੈਸਨ ਦੂਸਰਾ ਐਂਗਲੋ ਸਿੱਖ ਯੁੱਧ। ਬੱਚਿਓ, ਦੂਸਰਾ ਐਂਗਲੋ ਸਿੱਖ ਯੁੱਧ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਇੱਕ ਫੌਜੀ ਟਕਰਾਅ ਸੀ, ਜਿਸ ਵਿੱਚ ਸਿੱਖ ਸਾਮਰਾਜ ਦਾ ਅੰਤ ਹੋ ਗਿਆ ਅਤੇ ਪੰਜਾਬ ਈਸਟ ਇੰਡੀਆ ਕੰਪਨੀ ਦਾ ਉੱਤਰ ਪੱਛਮੀ ਸਰਹੱਦੀ ਸੂਬਾ ਬਣ ਗਿਆ। ਪਿਛਲੇ ਅਧਿਆਏ ਵਿੱਚ ਅਸੀਂ ਇਹ ਪੜ੍ਹ ਹੀ ਚੁੱਕੇ ਹਾਂ ਕਿ ਪਹਿਲੇ ਐਂਗਲੋ ਸਿੱਖ ਯੁੱਧ ਵਿੱਚ ਸਿੱਖਾਂ ਦੇ ਹੀ ਵਿਸ਼ਵਾਸਘਾਤੀ ਆਗੂਆਂ ਕਰਕੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਜਿਸ ਦੇ ਫਲਸਰੂਪ ਲਾਹੌਰ ਅਤੇ ਭੈਰੋਵਾਲ ਦੀਆਂ ਸੰਧੀਆਂ ਉੱਤੇ ਨਾ ਚਾਹੁੰਦੇ ਹੋਏ ਵੀ ਸਿੱਖ ਸ਼ਾਸਕਾਂ ਨੂੰ ਦਸਤਖਤ ਕਰਨੇ ਪਏ ਸਨ। ਜਨਵਰੀ 1848 ਵਿੱਚ ਜਦੋਂ ਲਾਰਡ ਡਲਹੌਜ਼ੀ ਭਾਰਤ ਦਾ ਗਵਰਨਰ ਜਨਰਲ ਬਣਿਆ ਤਾਂ ਉਸਨੇ ਸਭ ਤੋਂ ਪਹਿਲਾਂ ਪੰਜਾਬ ਉੱਤੇ ਕਬਜ਼ਾ ਕਰਨ ਦੀ ਵਿਉਂਤ ਬਣਾਈ। ਮੁਲਤਾਨ ਦੇ ਨਾਜ਼ਿਮ ਮੂਲ ਰਾਜ ਨੂੰ ਹਟਾਉਣਾ, ਮਹਾਰਾਣੀ ਜਿੰਦਾਂ ਨਾਲ ਭੈੜਾ ਸਲੂਕ ਕਰਨਾ, ਭਾਈ ਮਹਾਰਾਜ ਸਿੰਘ, ਚਤਰ ਸਿੰਘ ਅਤੇ ਸ਼ੇਰ ਸਿੰਘ ਦੀਆਂ ਬਗਾਵਤਾਂ ਨੂੰ ਇੱਕ-ਇੱਕ ਕਰਕੇ ਦਬਾ ਦਿੱਤਾ ਸੀ। ਲਾਰਡ ਡਲਹੌਜ਼ੀ ਦੇ ਹੁਕਮਾਂ ਅਨੁਸਾਰ ਹਿਊ ਗੱਫ ਦੀ ਅਗਵਾਈ ਵਾਲੀ ਸੈਨਾ ਨੇ 9 ਨਵੰਬਰ 1848 ਈਸਵੀ ਨੂੰ ਸਤਲੁਜ ਦਰਿਆ ਪਾਰ ਕੀਤਾ ਅਤੇ ਉਸ ਦੀ ਸਾਰੀ ਸੈਨਾ 13 ਨਵੰਬਰ 1848 ਈਸਵੀ ਨੂੰ ਲਾਹੌਰ ਪਹੁੰਚ ਗਈ ਸੀ। ਪਿਆਰੇ ਵਿਦਿਆਰਥੀਓ, ਆਓ ਦੇਖੀਏ ਕਿ ਇਸ ਦੂਸਰੇ ਐਂਗਲੋ ਸਿੱਖ ਯੁੱਧ ਵਿੱਚ ਕੀ ਘਟਨਾਵਾਂ ਵਾਪਰੀਆਂ ਸਨ। ਸਭ ਤੋਂ ਪਹਿਲਾਂ ਕਿੱਥੇ ਯੁੱਧ ਹੋਇਆ? ਰਾਮਨਗਰ ਦੀ ਲੜਾਈ 22 ਨਵੰਬਰ 1848 ਈਸਵੀ। ਸ਼ੇਰ ਸਿੰਘ ਅਟਾਰੀ ਵਾਲਾ ਦੀ ਸੈਨਾ ਦਰਿਆ ਚਨਾਬ ਦੇ ਸੱਜੇ ਕੰਢੇ ਉੱਤੇ ਡੇਰਾ ਲਾਈ ਬੈਠੀ ਸੀ। 6 ਨਵੰਬਰ 1848 ਈਸਵੀ ਨੂੰ ਬ੍ਰਿਟਿਸ਼ ਸੈਨਾ ਨੇ ਲਾਰਡ ਹਿਊ ਗੱਫ ਦੀ ਅਗਵਾਈ ਵਿੱਚ ਦਰਿਆ ਪਾਰ ਕੀਤਾ। 22 ਨਵੰਬਰ ਨੂੰ ਰਾਮਨਗਰ ਦੇ ਸਥਾਨ ਤੇ ਦੋਵਾਂ ਸੈਨਾਵਾਂ ਵਿਚਕਾਰ ਲੜਾਈ ਹੋਈ। ਇਸ ਲੜਾਈ ਵਿੱਚ ਅੰਗਰੇਜ਼ਾਂ ਨੂੰ ਹਾਰ ਹੋਈ। ਉਹਨਾਂ ਦੇ ਦੋ ਪ੍ਰਸਿੱਧ ਸੈਨਾ ਨਾਇਕ ਵੀ ਇਸ ਲੜਾਈ ਵਿੱਚ ਮਾਰੇ ਗਏ। ਦੂਸਰੀ ਲੜਾਈ ਚੇਲਿਆਂਵਾਲਾ ਦੀ ਲੜਾਈ 13 ਜਨਵਰੀ 1849 ਈਸਵੀ। ਜਨਵਰੀ 1849 ਈਸਵੀ ਦੇ ਪਹਿਲੇ ਹਫ਼ਤੇ ਲਾਰਡ ਗੱਫ ਨੂੰ ਸਮਾਚਾਰ ਮਿਲਿਆ ਕਿ ਚਤੁਰ ਸਿੰਘ ਨੇ ਅਟਕ ਉੱਤੇ ਕਬਜ਼ਾ ਕਰ ਲਿਆ ਹੈ। ਇਸ ਲਈ ਉਹ 12 ਜਨਵਰੀ ਨੂੰ ਆਪਣੀ ਸੈਨਾ ਸਹਿਤ ਸਿੱਖਾਂ ਦੇ ਮੋਰਚੇ ਤੋਂ 12-13 ਕਿਲੋਮੀਟਰ ਦੂਰ ਡਿੰਗੀ ਨਾਮੀ ਸਥਾਨ ਤੇ ਪਹੁੰਚ ਗਿਆ। 13 ਜਨਵਰੀ ਨੂੰ ਗੱਫ ਦੇ ਹੁਕਮਾਂ ਨਾਲ ਅੰਗਰੇਜ਼ਾਂ ਨੇ ਸਿੱਖ ਸੈਨਾ ਉੱਤੇ ਧਾਵਾ ਬੋਲ ਦਿੱਤਾ। ਸ਼ਾਮ ਵੇਲੇ 3 ਘੰਟਿਆਂ ਤੱਕ ਘਮਸਾਨ ਦੀ ਲੜਾਈ ਹੋਈ। ਸਿੱਖਾਂ ਨੇ ਅੰਗਰੇਜ਼ਾਂ ਨੂੰ ਬਹੁਤ ਹੀ ਨੁਕਸਾਨ ਪਹੁੰਚਾਇਆ, ਜਿਸ ਦੇ ਸਿੱਟੇ ਵਜੋਂ ਪ੍ਰਧਾਨ ਸੈਨਾਪਤੀ ਹਿਊਗ ਗੱਫ ਦੀ ਥਾਂ ਤੇ ਸਰ ਚਾਰਲਸ ਨੇਪੀਅਰ ਨੂੰ ਪ੍ਰਧਾਨ ਸੈਨਾਪਤੀ ਨਿਯੁਕਤ ਕਰਤਾ ਗਿਆ। ਨੰਬਰ 3, ਅੰਗਰੇਜ਼ਾਂ ਦਾ ਮੁਲਤਾਨ ਉੱਤੇ ਕਬਜ਼ਾ 22 ਜਨਵਰੀ 1849 ਈਸਵੀ। ਮੂਲ ਰਾਜ ਦੀ ਅਗਵਾਈ ਵਿੱਚ ਮੁਲਤਾਨ ਦੇ ਵਿਰੋਧੀਆਂ ਨੇ ਅੰਗਰੇਜ਼ ਸੈਨਾ ਦਾ ਮੁਕਾਬਲਾ ਕੀਤਾ। 30 ਦਸੰਬਰ ਨੂੰ ਅੰਗਰੇਜ਼ ਸੈਨਾ ਦੁਆਰਾ ਕਿਲੇ ਵਿੱਚ ਸੁੱਟਿਆ ਇੱਕ ਗੋਲਾ ਵਿਦਰੋਹੀਆਂ ਲਈ ਮਾਰੂ ਸਾਬਤ ਹੋਇਆ। ਉਸ ਗੋਲੇ ਨਾਲ ਮੂਲ ਰਾਜ ਦਾ 4 ਲੱਖ ਪਾਉਂਡ ਦਾ ਬਰੂਦ ਫਟ ਕੇ ਨਸ਼ਟ ਹੋ ਗਿਆ। ਉਸ ਨਾਲ ਵਿਦਰੋਹੀਆਂ ਦੇ 500 ਤੋਂ ਵੀ ਵੱਧ ਸੈਨਿਕ ਮਾਰੇ ਗਏ। ਇਸ ਲਈ ਮਜਬੂਰ ਹੋ ਕੇ ਮੂਲ ਰਾਜ ਨੇ 22 ਜਨਵਰੀ ਨੂੰ ਜਨਰਲ ਵਿਸ਼ ਦੇ ਅੱਗੇ ਹਥਿਆਰ ਸੁੱਟ ਦਿੱਤੇ। ਨੰਬਰ 4 ਤੇ ਅਸੀਂ ਪੜ੍ਹਦੇ ਹਾਂ ਗੁਜਰਾਤ ਦੀ ਲੜਾਈ 21 ਫਰਵਰੀ 1849 ਈਸਵੀ। ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਲੜਾਈ ਗੁਜਰਾਤ ਵਿੱਚ ਲੜੀ ਗਈ। ਇਸ ਲੜਾਈ ਤੋਂ ਪਹਿਲਾਂ
ਚਤਰ ਸਿੰਘ ਅਤੇ ਸ਼ੇਰ ਸਿੰਘ ਇਕੱਠੇ ਹੋਏ ਸਨ। ਮਹਾਰਾਜ ਸਿੰਘ ਨੇ ਵੀ ਅਟਾਰੀ ਵਾਲੇ ਦਾ ਹੀ ਸਾਥ ਦਿੱਤਾ। ਅਫਗਾਨਿਸਤਾਨ ਦੇ ਹਾਕਮ ਦੋਸਤ ਮੁਹੰਮਦ ਨੇ ਵੀ ਸਿੱਖਾਂ ਦਾ ਸਾਥ ਦਿੱਤਾ। 21 ਫਰਵਰੀ 1849 ਈਸਵੀ ਨੂੰ ਸਵੇਰੇ 7:30 ਵਜੇ ਚਨਾਬ ਦਰਿਆ ਦੇ ਕੰਢੇ ਗੁਜਰਾਤ ਵਿਖੇ ਦੋਹਾਂ ਧਿਰਾਂ ਦੇ ਵਿਚਕਾਰ ਲੜਾਈ ਸ਼ੁਰੂ ਹੋ ਗਈ। 1 ਘੰਟੇ ਦੀ ਗੋਲਾਬਾਰੀ ਪਿੱਛੋਂ ਸਿੱਖਾਂ ਦਾ ਗੋਲਾ ਬਰੂਦ ਖਤਮ ਹੋ ਗਏ, ਪਰ ਸਿੱਖਾਂ ਨੇ ਫਿਰ ਵੀ ਬਹੁਤ ਬਹਾਦਰੀ ਨਾਲ ਟਾਕਰਾ ਕੀਤਾ। ਵੈਰੀ ਦੀ ਭਾਰੀ ਸੰਖਿਆ ਕਾਰਨ ਸਿੱਖਾਂ ਨੂੰ ਇੱਕ ਵਾਰ ਫਿਰ ਹਾਰ ਦਾ ਮੂੰਹ ਦੇਖਣਾ ਪਿਆ। ਆਓ ਦੇਖਦੇ ਹਾਂ ਕਿ ਇਸ ਐਂਗਲੋ ਸਿੱਖ ਯੁੱਧ ਦੇ ਕੀ ਸਿੱਟੇ ਨਿਕਲੇ। ਪੰਜਾਬ ਦਾ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਕੀਤਾ ਜਾਣਾ। 29 ਮਾਰਚ 1849 ਈਸਵੀ। ਦੂਸਰੇ ਐਂਗਲੋ ਸਿੱਖ ਯੁੱਧ ਵਿੱਚ ਸਿੱਖਾਂ ਦੀ ਹਾਰ ਉਪਰੰਤ 29 ਮਾਰਚ 1849 ਈਸਵੀ ਨੂੰ ਗਵਰਨਰ ਜਨਰਲ ਲਾਰਡ ਡਲਹੌਜ਼ੀ ਵੱਲੋਂ ਇੱਕ ਐਲਾਨ ਰਾਹੀਂ ਪੰਜਾਬ ਦੇ ਰਾਜ ਨੂੰ ਸਮਾਪਤ ਕਰ ਦਿੱਤਾ ਗਿਆ। ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ। ਪੰਜਾਬ ਦੀ ਸਾਰੀ ਸੰਪਤੀ ਸਮੇਤ ਕੋਹਿਨੂਰ ਹੀਰੇ ਉੱਤੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ। ਮਹਾਰਾਜਾ ਦਲੀਪ ਸਿੰਘ ਦੀ 4 ਤੋਂ 5 ਲੱਖ ਦੇ ਵਿਚਕਾਰ ਪੈਨਸ਼ਨ ਮੁਕਰਰ ਕਰ ਦਿੱਤੀ ਗਈ। ਨੰਬਰ 2 ਤੇ ਜੋ ਸਿੱਟੇ ਨਿਕਲੇ ਉਹਨਾਂ ਵਿੱਚ ਮੂਲ ਰਾਜ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਕਾਲੇ ਪਾਣੀ ਦੀ ਸਜ਼ਾ ਦੇਣਾ। ਮੂਲ ਰਾਜ ਨੂੰ ਐਗਨਿਊ ਅਤੇ ਐਂਡਰਸਨ ਨਾਮੀ ਅੰਗਰੇਜ਼ ਅਫਸਰਾਂ ਦੇ ਕਤਲ ਦੇ ਵਿੱਚ ਹੱਥ ਹੋਣ ਕਾਰਨ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ। 29 ਦਸੰਬਰ 1849 ਈਸਵੀ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਵੀ ਕੈਦ ਕਰ ਲਿਆ ਗਿਆ। ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਸਿੰਗਾਪੁਰ ਭੇਜ ਦਿੱਤਾ ਗਿਆ। ਨੰਬਰ 3 ਤੇ ਅਸੀਂ ਪੜ੍ਹ ਰਹੇ ਹਾਂ ਖਾਲਸਾ ਸੈਨਾ ਦਾ ਤੋੜ ਦਿੱਤਾ ਜਾਣਾ। ਪਹਿਲੇ ਐਂਗਲੋ ਸਿੱਖ ਯੁੱਧ ਦੇ ਸਿੱਟੇ ਵਜੋਂ ਸਿੱਖ ਸੈਨਾ ਦੀ ਗਿਣਤੀ ਬਹੁਤ ਘਟਾ ਦਿੱਤੀ ਗਈ। ਦੂਸਰੇ ਐਂਗਲੋ ਸਿੱਖ ਯੁੱਧ ਵਿੱਚ ਸਿੱਖਾਂ ਦੀ ਹਾਰ ਤੋਂ ਪਿੱਛੋਂ ਖਾਲਸਾ ਸੈਨਾ ਨੂੰ ਤੋੜ ਦਿੱਤਾ ਗਿਆ। ਸਿੱਖ ਸੈਨਿਕਾਂ ਨੂੰ ਬੇਹਥਿਆਰ ਕਰ ਦਿੱਤਾ ਗਿਆ। ਨੌਕਰੀ ਤੋਂ ਹਟੇ ਸਿੱਖ ਸੈਨਿਕਾਂ ਨੂੰ ਬ੍ਰਿਟਿਸ਼ ਸੈਨਾ ਵਿੱਚ ਭਰਤੀ ਕਰ ਲਿਆ ਗਿਆ। ਨੰਬਰ 4 ਪ੍ਰਮੁੱਖ ਸਰਦਾਰਾਂ ਦੀ ਸ਼ਕਤੀ ਨੂੰ ਦਬਾਉਣਾ। ਪੰਜਾਬ ਰਾਜ ਦੀ ਸਮਾਪਤੀ ਤੋਂ ਬਾਅਦ ਲਾਰਡ ਡਲਹੌਜ਼ੀ ਦੇ ਹੁਕਮ ਨਾਲ ਜੌਨ ਲਾਰੈਂਸ ਨੇ ਪੰਜਾਬ ਦੇ ਚੀਫ ਕਮਿਸ਼ਨਰ ਦੇ ਰੂਪ ਵਿੱਚ ਪ੍ਰਮੁੱਖ ਸਰਦਾਰਾਂ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਲਈ ਬਹੁਤ ਸਾਰੀਆਂ ਕਾਰਵਾਈਆਂ ਕੀਤੀਆਂ, ਜਿਸ ਦੇ ਫਲਸਰੂਪ ਉਹ ਸਰਦਾਰ ਜਿਹੜੇ ਪਹਿਲਾਂ ਧਨੀ ਜ਼ਿਮੀਂਦਾਰ ਸਨ ਅਤੇ ਸਰਕਾਰ ਦੇ ਵਿੱਚ ਉੱਚ ਪਦਵੀਆਂ ਉੱਤੇ ਸਨ, ਹੁਣ ਉਹ ਸਧਾਰਨ ਲੋਕਾਂ ਦੇ ਬਰਾਬਰ ਹੋ ਗਏ ਸਨ। ਨੰਬਰ 5 ਤੇ ਅਸੀਂ ਪੜ੍ਹਾਂਗੇ ਪੰਜਾਬ ਦੇ ਵਿੱਚ ਅੰਗਰੇਜ਼ ਅਫਸਰਾਂ ਦੀ ਨਿਯੁਕਤੀ ਦਾ ਹੋਣਾ। ਦੂਸਰੇ ਸਿੱਖ ਐਂਗਲੋ ਯੁੱਧ ਦੇ ਸਿੱਟੇ ਵਜੋਂ ਰਾਜ ਪ੍ਰਬੰਧ ਦੀਆਂ ਉੱਚੀਆਂ ਪਦਵੀਆਂ ਉੱਤੇ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਦੀ ਥਾਂ ਅੰਗਰੇਜ਼ਾਂ ਅਤੇ ਯੂਰਪੀਆਂ ਨੂੰ ਨਿਯੁਕਤ ਕੀਤਾ ਗਿਆ।
ਉਹਨਾਂ ਨੂੰ ਭਾਰੀਆਂ ਤਨਖਾਹਾਂ ਅਤੇ ਭੱਤੇ ਵੀ ਦਿੱਤੇ ਗਏ। ਨੰਬਰ 6, ਉੱਤਰੀ ਪੱਛਮੀ ਹੱਦਾਂ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਕਾਰਵਾਈ। ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਮਿਲਾਉਣ ਤੋਂ ਬਾਅਦ ਅੰਗਰੇਜ਼ਾਂ ਨੇ ਉੱਤਰੀ ਪੱਛਮੀ ਸਰਹੱਦ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਸੜਕਾਂ ਅਤੇ ਛਾਉਣੀਆਂ ਦਾ ਨਿਰਮਾਣ ਕੀਤਾ। ਸੈਨਿਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਕਿਲ੍ਹਿਆਂ ਦੀ ਮੁਰੰਮਤ ਕੀਤੀ ਗਈ। ਬਹੁਤ ਸਾਰੇ ਨਵੇਂ ਕਿਲ੍ਹੇ ਵੀ ਸਥਾਪਿਤ ਕੀਤੇ। ਉੱਤਰ ਪੱਛਮੀ ਕਬੀਲਿਆਂ ਨੂੰ ਕਾਬੂ ਵਿੱਚ ਰੱਖਣ ਲਈ ਵਿਸ਼ੇਸ਼ ਸੈਨਿਕ ਦਸਤੇ ਵੀ ਅੰਗਰੇਜ਼ਾਂ ਦੁਆਰਾ ਕਾਇਮ ਕੀਤੇ ਗਏ। ਨੰਬਰ 7 ਤੇ ਪੰਜਾਬ ਦੇ ਰਾਜ ਪ੍ਰਬੰਧ ਦੀ ਪੁਨਰ ਵਿਵਸਥਾ। ਪੰਜਾਬ ਦੇ ਉੱਤੇ ਅੰਗਰੇਜ਼ਾਂ ਦੇ ਅਧਿਕਾਰ ਪਿੱਛੋਂ ਪ੍ਰਸ਼ਾਸਨ ਸਮਿਤੀ ਦੀ ਸਥਾਪਨਾ ਕੀਤੀ ਗਈ। ਉਸ ਦਾ ਪ੍ਰਧਾਨ ਹੈਨਰੀ ਲਾਰੈਂਸ ਸੀ। ਪ੍ਰਬੰਧਕੀ ਢਾਂਚੇ ਦਾ ਮੁੜ ਸੰਗਠਨ ਕੀਤਾ ਗਿਆ। ਨਿਆਂ ਪ੍ਰਣਾਲੀ, ਪੁਲਿਸ ਪ੍ਰਬੰਧ ਅਤੇ ਭੂਮੀ ਕਰ ਪ੍ਰਣਾਲੀ ਵਿੱਚ ਬਹੁਤ ਸਾਰੇ ਸੁਧਾਰ ਕੀਤੇ ਗਏ। ਸੜਕਾਂ ਅਤੇ ਨਹਿਰਾਂ ਦਾ ਨਿਰਮਾਣ ਕੀਤਾ ਗਿਆ। ਡਾਕ ਦਾ ਵੀ ਸੁਚੱਜਾ ਪ੍ਰਬੰਧ ਕੀਤਾ ਗਿਆ। ਨੰਬਰ 8 ਤੇ ਪੰਜਾਬ ਦੀਆਂ ਦੇਸੀ ਰਿਆਸਤਾਂ ਨਾਲ ਅੰਗਰੇਜ਼ਾਂ ਦੇ ਮਿੱਤਰਤਾਪੂਰਵਕ ਸਬੰਧ। ਦੂਸਰੇ ਐਂਗਲੋ ਸਿੱਖ ਯੁੱਧ ਦੌਰਾਨ ਪਟਿਆਲਾ, ਜੀਂਦ, ਨਾਭਾ, ਕਪੂਰਥਲਾ ਅਤੇ ਫਰੀਦਕੋਟ ਦੇ ਰਾਜਿਆਂ ਅਤੇ ਬਹਾਵਲਪੁਰ ਅਤੇ ਮਲੇਰਕੋਟਲਾ ਦੇ ਨਵਾਬਾਂ ਨੇ ਅੰਗਰੇਜ਼ਾਂ ਦੀ ਸਹਾਇਤਾ ਕੀਤੀ। ਅੰਗਰੇਜ਼ਾਂ ਨੇ ਖੁਸ਼ ਹੋ ਕੇ ਇਹਨਾਂ ਵਿੱਚੋਂ ਕਈ ਦੇਸੀ ਹਾਕਮਾਂ ਨੂੰ ਇਨਾਮ ਵੀ ਦਿੱਤੇ। ਉਹਨਾਂ ਨੇ ਦੇਸੀ ਰਿਆਸਤਾਂ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਨਾ ਕਰਨ ਦਾ ਵੀ ਫੈਸਲਾ ਕੀਤਾ। ਆਓ ਪੜ੍ਹਦੇ ਹਾਂ ਕਿ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਕਿਵੇਂ ਹੋਇਆ। ਪਹਿਲੇ ਐਂਗਲੋ ਸਿੱਖ ਯੁੱਧ ਪਿੱਛੋਂ ਲਾਰਡ ਹਾਰਡਿੰਗ ਨੇ ਜਾਣ ਬੁੱਝ ਕੇ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਨਾ ਕੀਤਾ। ਮਾਰਚ 1846 ਈਸਵੀ ਵਿੱਚ ਲਾਹੌਰ ਦੀਆਂ ਸੰਧੀਆਂ ਰਾਹੀਂ ਅੰਗਰੇਜ਼ਾਂ ਨੇ ਲਾਹੌਰ ਰਾਜ, ਦੁਆਬਾ, ਬਿਸਤ, ਜਲੰਧਰ ਦੇ ਉਪਜਾਊ ਇਲਾਕੇ ਖੋਹ ਲਏ। ਖਾਲਸਾ ਸੈਨਾ ਦੀ ਸੰਖਿਆ ਘਟਾ ਦਿੱਤੀ ਗਈ। ਲਾਹੌਰ ਵਿੱਚ ਇੱਕ ਬ੍ਰਿਟਿਸ਼ ਸੈਨਾ ਰੱਖੀ ਗਈ। ਦਸੰਬਰ 1846 ਈਸਵੀ ਵਿੱਚ ਲਾਰਡ ਹਾਰਡਿੰਗ ਨੇ ਲਾਹੌਰ ਰਾਜ ਨਾਲ ਭੈਰੋਵਾਲ ਦੀ ਸੰਧੀ ਕੀਤੀ। ਇਸ ਸੰਧੀ ਰਾਹੀਂ ਮਹਾਰਾਣੀ ਜਿੰਦਾਂ ਨੂੰ ਰਾਜ ਪ੍ਰਬੰਧ ਤੋਂ ਵੱਖ ਕਰ ਦਿੱਤਾ ਗਿਆ। ਮਹਾਰਾਜਾ ਦਲੀਪ ਸਿੰਘ ਦੇ ਨਾਬਾਲਗ ਹੋਣ ਕਰਕੇ ਰਾਜ ਪ੍ਰਬੰਧ ਦਾ ਕੰਮ ਚਲਾਉਣ ਲਈ 8 ਮੈਂਬਰਾਂ ਦੀ ਕੌਂਸਲ ਆਫ ਰੀਜੈਂਸੀ ਬਣਾ ਦਿੱਤੀ ਗਈ। ਉਸ ਕੌਂਸਲ ਉੱਤੇ ਵੀ ਇੱਕ ਬ੍ਰਿਟਿਸ਼ ਰੈਜ਼ੀਡੈਂਟ ਲਗਾ ਦਿੱਤਾ ਗਿਆ। ਉਸ ਨੂੰ ਅਨੇਕਾਂ ਪ੍ਰਬੰਧਕੀ ਅਧਿਕਾਰ ਦਿੱਤੇ ਗਏ। ਉਸ ਸੰਧੀ ਵਿੱਚ ਕਿਹਾ ਗਿਆ ਕਿ ਇਹ ਸੰਧੀ ਮਹਾਰਾਜਾ ਦਲੀਪ ਸਿੰਘ ਦੇ ਬਾਲਗ ਹੋਣ ਤੱਕ ਕਾਇਮ ਰਹੇਗੀ। ਜਨਵਰੀ 1848 ਈਸਵੀ ਵਿੱਚ ਲਾਰਡ ਹਾਰਡਿੰਗ ਦੀ ਥਾਂ ਲਾਰਡ ਡਲਹੌਜ਼ੀ ਭਾਰਤ ਦਾ ਗਵਰਨਰ ਜਨਰਲ ਬਣਿਆ। ਉਹ ਭਾਰਤ ਵਿੱਚ ਬ੍ਰਿਟਿਸ਼ ਸਾਮਰਾਜ ਦਾ ਵਿਸਥਾਰ ਕਰਨ ਵਿੱਚ ਯਕੀਨ ਰੱਖਦਾ ਸੀ। ਸਭ ਤੋਂ ਪਹਿਲਾਂ ਉਸਨੇ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਮਿਲਾਉਣ ਦਾ ਫੈਸਲਾ ਕੀਤਾ। ਮੁਲਤਾਨ ਦੇ ਮੂਲ ਰਾਜ ਅਤੇ ਹਜ਼ਾਰਾ ਦੇ ਚਤਰ ਸਿੰਘ ਅਤੇ ਉਸ ਦੇ ਪੁੱਤਰ ਸ਼ੇਰ ਸਿੰਘ ਦੇ ਵਿਦਰੋਹਾਂ ਤੋਂ ਉਸ ਨੂੰ ਸਿੱਖਾਂ ਨਾਲ ਯੁੱਧ ਕਰਨ ਦਾ ਬਹਾਨਾ ਮਿਲ ਗਿਆ। ਦੂਸਰੇ ਐਂਗਲੋ ਸਿੱਖ ਯੁੱਧ ਵਿੱਚ ਸਿੱਖਾਂ ਦੀ ਹਾਰ ਮਗਰੋਂ ਪਹਿਲਾਂ ਹੀ ਮਿਥੀ ਆਪਣੀ ਨੀਤੀ ਨੂੰ
ਅਮਲੀ ਰੂਪ ਦੇਣ ਦਾ ਕੰਮ ਵਿਦੇਸ਼ ਸਕੱਤਰ ਹੈਨਰੀ ਇਲੀਅਟ ਨੂੰ ਸੌਂਪਿਆ ਗਿਆ। ਹੈਨਰੀ ਇਲੀਅਟ ਨੇ ਕੌਂਸਲ ਆਫ ਰੀਜੈਂਸੀ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। 29 ਮਾਰਚ 1849 ਈਸਵੀ ਨੂੰ ਮਹਾਰਾਜਾ ਦਲੀਪ ਸਿੰਘ ਅਤੇ ਕੌਂਸਲ ਆਫ ਰੀਜੈਂਸੀ ਦੇ ਮੈਂਬਰਾਂ ਨੂੰ ਇੱਕ ਸੰਧੀ ਪੱਤਰ ਉੱਤੇ ਹਸਤਾਖਰ ਕਰਨ ਲਈ ਮਜਬੂਰ ਕਰ ਦਿੱਤਾ। ਇਸ ਸੰਧੀ ਅਨੁਸਾਰ ਮਹਾਰਾਜਾ ਦਲੀਪ ਸਿੰਘ ਨੂੰ ਰਾਜਗੱਦੀ ਤੋਂ ਉਤਾਰ ਦਿੱਤਾ ਗਿਆ। ਪੰਜਾਬ ਦੀ ਸਾਰੀ ਸੰਪਤੀ ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ। ਕੋਹਿਨੂਰ ਹੀਰਾ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਕੋਲ ਭੇਜ ਦਿੱਤਾ ਗਿਆ। ਮਹਾਰਾਜਾ ਦਲੀਪ ਸਿੰਘ ਦੀ 4 ਤੋਂ 5 ਲੱਖ ਰੁਪਏ ਸਾਲਾਨਾ ਪੈਨਸ਼ਨ ਕਰ ਦਿੱਤੀ ਗਈ। ਉਸੇ ਦਿਨ ਹੈਨਰੀ ਇਲੀਅਟ ਨੇ ਲਾਹੌਰ ਦਰਬਾਰ ਵਿੱਚ ਲਾਰਡ ਡਲਹੌਜ਼ੀ ਵੱਲੋਂ ਐਲਾਨ ਪੜ੍ਹ ਕੇ ਸੁਣਾਇਆ ਗਿਆ। ਉਸ ਐਲਾਨ ਵਿੱਚ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਮਿਲਾਉਣਾ ਹੀ ਉਚਿਤ ਦੱਸਿਆ ਗਿਆ। ਸਿੱਟੇ ਵਜੋਂ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ। ਬੱਚਿਓ, ਆਓ ਅੱਜ ਦੇ ਇਸ ਟੌਪਿਕ ਦੇ ਨਾਲ ਜੁੜੇ ਕੁਝ ਪ੍ਰਸ਼ਨ ਆਪਾਂ ਸਾਂਝੇ ਕਰਦੇ ਹਾਂ। ਸਾਡਾ ਪਹਿਲਾ ਪ੍ਰਸ਼ਨ ਹੈ ਕਿ ਬ੍ਰਿਟਿਸ਼ ਸੈਨਾ ਨੇ ਕਿਸ ਦੀ ਅਗਵਾਈ ਹੇਠ ਚਨਾਬ ਦਰਿਆ ਪਾਰ ਕੀਤਾ? ਇਸ ਦੇ ਨਾਲ ਸਾਡੀਆਂ ਆਪਸ਼ਨਸ ਨੇ। ਪਹਿਲੀ ਹੈ ਲਾਰਡ ਡਲਹੌਜ਼ੀ, ਦੂਸਰੀ ਆਪਸ਼ਨ ਸਾਡੀ ਹਿਊ ਗਫ, ਤੀਸਰੀ ਆਪਸ਼ਨ ਸਾਡੀ ਹੈ ਫਰੈਡਰਿਕ ਕਰੀ ਅਤੇ ਚੌਥੀ ਆਪਸ਼ਨ ਸਾਡੇ ਕੋਲ ਹੈ ਹੈਨਰੀ ਲਾਰੈਂਸ। ਆਓ ਦੇਖਦੇ ਹਾਂ ਕਿ ਇਸ ਦਾ ਸਹੀ ਜਵਾਬ ਕੀ ਹੈ। ਹਿਊ ਗਫ ਇਸ ਪ੍ਰਸ਼ਨ ਦਾ ਸਹੀ ਜਵਾਬ। ਆਓ ਦੇਖਦੇ ਹਾਂ ਦੂਸਰਾ ਸਵਾਲ ਸਾਡਾ ਕੀ ਹੈ। ਚੇਲਿਆਂਵਾਲਾ ਦੀ ਲੜਾਈ ਕਦੋਂ ਹੋਈ? ਇਸ ਨਾਲ ਸੰਬੰਧਿਤ ਸਾਡੇ ਕੋਲ 4 ਆਪਸ਼ਨਸ ਨੇ। ਆਓ ਦੇਖਦੇ ਹਾਂ। ਪਹਿਲੀ ਆਪਸ਼ਨ ਸਾਡੇ ਕੋਲ 22 ਨਵੰਬਰ 1849 ਈਸਵੀ, ਜਾਂ 6 ਮਾਰਚ 1849 ਈਸਵੀ, 13 ਜਨਵਰੀ 1849 ਈਸਵੀ, ਜਾਂ ਫਿਰ 15 ਜੂਨ 1849 ਈਸਵੀ। ਆਓ ਦੇਖਦੇ ਹਾਂ ਕਿ ਚੇਲਿਆਂਵਾਲਾ ਦੀ ਲੜਾਈ ਕਦੋਂ ਹੋਈ ਸੀ। ਇਸ ਦਾ ਸਹੀ ਜਵਾਬ ਹੈ 13 ਜਨਵਰੀ 1849 ਈਸਵੀ। ਸਾਡਾ ਤੀਸਰਾ ਸਵਾਲ ਸਾਡੇ ਨਾਲ ਸਾਂਝਾ ਕਰ ਰਹੇ ਹਾਂ। ਅੰਗਰੇਜ਼ਾਂ ਨੇ 22 ਜਨਵਰੀ 1849 ਈਸਵੀ ਨੂੰ ਕਿਸ ਸਥਾਨ ਤੇ ਕਬਜ਼ਾ ਕੀਤਾ? ਰਾਮਨਗਰ, ਕਸ਼ਮੀਰ, ਲਾਹੌਰ ਜਾਂ ਫਿਰ ਮੁਲਤਾਨ? ਤੁਹਾਨੂੰ ਯਾਦ ਹੋਏਗਾ। ਚਲੋ ਆਓ ਦੇਖਦੇ ਹਾਂ ਕਿ ਇਸ ਸਵਾਲ ਦਾ ਸਹੀ ਜਵਾਬ ਕੀ ਹੈ। ਸਹੀ ਜਵਾਬ ਮੁਲਤਾਨ, ਚੌਥੇ ਨੰਬਰ ਵਾਲੀ ਆਪਸ਼ਨ ਇਸ ਸਵਾਲ ਦਾ ਸਹੀ ਜਵਾਬ। ਸਵਾਲ ਨੰਬਰ 4। 21 ਫਰਵਰੀ 1849 ਈਸਵੀ ਨੂੰ ਅੰਗਰੇਜ਼ਾਂ ਅਤੇ ਸਿੱਖਾਂ ਦੀ ਕਿਸ ਸਥਾਨ ਤੇ ਲੜਾਈ ਹੋਈ? ਸਾਡੀਆਂ ਆਪਸ਼ਨਸ ਨੇ ਗੁਜਰਾਤ, ਚੇਲਿਆਂਵਾਲਾ, ਲਾਹੌਰ ਜਾਂ ਫਿਰ ਮੁਲਤਾਨ। ਆਓ ਦੇਖਦੇ ਹਾਂ ਇਸ ਸਵਾਲ ਦਾ ਸਹੀ ਜਵਾਬ ਕੀ ਹੈ। ਗੁਜਰਾਤ, ਗੁਜਰਾਤ ਦੇ ਸਥਾਨ ਤੇ ਲੜਾਈ ਹੋਈ ਸੀ। ਸਾਡੇ ਕੋਲ ਪੰਜਵਾਂ ਸਵਾਲ ਹੈ ਸਾਡਾ। ਮਹਾਰਾਜਾ ਦਲੀਪ ਸਿੰਘ ਦੀ ਕਿੰਨੀ ਪੈਨਸ਼ਨ ਮੁਕਰਰ ਕੀਤੀ ਗਈ ਸੀ? ਸਾਡੀ ਪਹਿਲੀ ਆਪਸ਼ਨ ਹੈ 2 ਤੋਂ 3 ਲੱਖ ਰੁਪਏ, ਜਾਂ 3 ਤੋਂ 4 ਲੱਖ ਰੁਪਏ, ਜਾਂ 4 ਤੋਂ 5 ਲੱਖ ਰੁਪਏ, ਜਾਂ 8 ਤੋਂ 10 ਲੱਖ ਰੁਪਏ। ਆਓ ਦੇਖਦੇ ਹਾਂ ਕਿ ਇਸ ਪ੍ਰਸ਼ਨ ਦਾ ਸਹੀ ਜਵਾਬ ਕੀ ਹੈ। ਸਾਡਾ ਜਵਾਬ ਹੈ 4 ਤੋਂ 5 ਲੱਖ ਰੁਪਏ ਸਾਲਾਨਾ ਪੈਨਸ਼ਨ ਉਹਨਾਂ ਦੀ ਮੁਕਰਰ ਕੀਤੀ ਗਈ ਸੀ। ਅਗਲੇ 6ਵੇਂ ਸਵਾਲ ਵੱਲ। ਸਾਡਾ 6ਵਾਂ ਸਵਾਲ ਹੈ 29 ਦਸੰਬਰ 1849 ਈਸਵੀ ਨੂੰ ਮਹਾਰਾਜਾ ਦਲੀਪ ਸਿੰਘ ਨੂੰ ਕੈਦ ਕਰਕੇ ਉਮਰ ਕੈਦ ਦੀ ਸਜ਼ਾ ਦੇ ਕੇ ਕਿੱਥੇ ਭੇਜਿਆ ਗਿਆ ਸੀ? ਪਹਿਲੀ ਆਪਸ਼ਨ ਹੈ ਇੰਗਲੈਂਡ, ਦੂਸਰੀ ਹੈ ਸਾਡੇ ਕੋਲ ਸਿੰਗਾਪੁਰ, ਤੀਸਰੀ ਹੈ ਮਲੇਸ਼ੀਆ, ਜਾਂ ਫਿਰ ਉਹਨਾਂ ਨੂੰ ਥਾਈਲੈਂਡ ਭੇਜਿਆ ਸੀ। ਸਹੀ ਜਵਾਬ ਯਾਦ ਹੈ? ਚਲੋ ਆਓ ਸਾਂਝਾ ਕਰਦੇ ਹਾਂ ਇਸ ਦਾ ਸਹੀ ਜਵਾਬ ਕੀ ਹੈ। ਸਹੀ ਜਵਾਬ ਹੈ
ਸਿੰਗਾਪੁਰ ਸਾਡੀ ਦੂਸਰੀ ਆਪਸ਼ਨ। ਆਓ ਚੱਲਦੇ ਹਾਂ 7ਵੇਂ ਸਵਾਲ ਵੱਲ। ਲਾਰਡ ਡਲਹੌਜ਼ੀ ਤੋਂ ਪਹਿਲਾਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ? ਸਾਡੇ ਕੋਲ ਆਪਸ਼ਨ ਨੇ ਲਾਰਡ ਮਾਊਂਟਬੈਟਨ, ਲਾਰਡ ਕੌਰਨਵਾਲਿਸ, ਲਾਰਡ ਹਾਰਡਿੰਗ ਜਾਂ ਫਰੈਡਰਿਕ ਕਰੀ। ਸਹੀ ਜਵਾਬ ਲਾਰਡ ਹਾਰਡਿੰਗ। ਸਾਡਾ 8ਵਾਂ ਸਵਾਲ, ਮੁਲਤਾਨ ਦੇ ਕਿਸ ਸ਼ਾਸਕ ਨੇ ਨਾਜ਼ਮ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ? ਉਹ ਕੌਣ ਸਨ? ਚਤਰ ਸਿੰਘ ਜਾਂ ਮੂਲ ਰਾਜ ਜਾਂ ਸ਼ੇਰ ਸਿੰਘ ਜਾਂ ਫਿਰ ਮਹਾਰਾਜ ਸਿੰਘ? ਆਓ ਦੇਖਦੇ ਹਾਂ ਕਿਹਨਾਂ ਨੇ ਨਾਜ਼ਮ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਉਹ ਸਨ ਮੂਲ ਰਾਜ। ਮੂਲ ਰਾਜ ਇਸ ਪ੍ਰਸ਼ਨ ਦਾ ਸਹੀ ਜਵਾਬ। ਆਓ ਚੱਲਦੇ ਹਾਂ ਸਵਾਲ ਨੰਬਰ 9 'ਚ। ਅੰਗਰੇਜ਼ਾਂ ਦੇ ਕਿਸ ਵਿਦੇਸ਼ ਸਕੱਤਰ ਨੇ ਲਾਹੌਰ ਦਰਬਾਰ ਵਿੱਚ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰਨ ਦਾ ਐਲਾਨ ਪੜ੍ਹ ਕੇ ਸੁਣਾਇਆ ਸੀ? ਸਾਡੀ ਆਪਸ਼ਨਸ ਨੇ ਹੈਨਰੀ ਲਾਰੈਂਸ, ਦੂਸਰੀ ਆਪਸ਼ਨ ਲਾਰਡ ਡਲਹੌਜ਼ੀ, ਤੀਸਰੀ ਆਪਸ਼ਨ ਹੈ ਹੈਨਰੀ ਇਲੀਅਟ ਜਾਂ ਫਿਰ ਲਾਰਡ ਹਾਰਡਿੰਗ। ਇਸ ਸਵਾਲ ਦਾ ਸਹੀ ਜਵਾਬ ਹੈ ਹੈਨਰੀ ਇਲੀਅਟ। ਆਖਰੀ ਸਵਾਲ 10ਵਾਂ ਸਵਾਲ ਸਾਡਾ ਹੈ, ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਕਦੋਂ ਸ਼ਾਮਲ ਕੀਤਾ ਗਿਆ? ਸਾਡੀਆਂ ਆਪਸ਼ਨ ਨੇ 31 ਮਾਰਚ 1849, 29 ਮਾਰਚ 1849, 21 ਫਰਵਰੀ 1849 ਜਾਂ ਫਿਰ 22 ਨਵੰਬਰ 1849 ਈਸਵੀ ਨੂੰ। ਅਸੀਂ ਦੇਖਦੇ ਹਾਂ ਸਹੀ ਜਵਾਬ ਕੀ ਹੈ ਕਿ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ 29 ਮਾਰਚ 1849 ਈਸਵੀ ਨੂੰ ਸ਼ਾਮਲ ਕੀਤਾ। ਇਹ ਸਨ ਕੁਝ ਕੁਐਸਚਨਸ ਇਸੇ ਟੌਪਿਕ ਦੇ ਨਾਲ ਸੰਬੰਧਿਤ। ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇਹਨਾਂ ਯਤਨਾਂ ਦਾ, ਜਿਨ੍ਹਾਂ ਦੇ ਸਦਕਾ ਅਸੀਂ ਆਪਣੇ ਪਿਆਰੇ ਵਿਦਿਆਰਥੀਆਂ ਦੇ ਰੂਬਰੂ ਹੋਏ ਹਾਂ। ਫਿਰ ਇੱਕ ਵਾਰ ਨਵਾਂ ਟੌਪਿਕ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਤਬ ਤੱਕ ਲਈ ਦਿਓ ਇਜਾਜ਼ਤ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੈ ਹਿੰਦ।